ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। ਕਿਵੇਂ ਹੋ ਜੀ? ਜੈ ਮਸੀਹ ਦੀ ਸਰ। ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ ਜੀ ਇਕਬਾਲ ਜੀ, Amen। ਆਪਾਂ ਨੂੰ ਅੱਜ ਫਿਰ ਮੌਕਾ ਮਿਲਿਆ ਪ੍ਰੇਜ਼ ਦ ਤੇ ਉਹੀ ਮੌਕੇ ਦਿੰਦਾ, ਉਹੀ ਸਮਾਂ ਦਿੰਦਾ, ਉਹਦੇ ਹੱਥ 'ਚ ਸਮਾਂ ਹਾਲੇਲੂਇਆ, ਸਾਰਾ ਪ੍ਰੇਜ਼ ਦ ਕੁਝ। ਲਾਰਡ। ਔਰ ਆਪਾਂ ਬਾਈਬਲ ਸਟੱਡੀ ਸ਼ੁਰੂ ਕਰਦੇ ਹਾਂ। ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਜ਼ਬੂਰ, ਸਾਮਜ਼। ਹਮੇਸ਼ਾ ਦੀ ਤਰ੍ਹਾਂ ਆਪਾਂ ਸ਼ੁਰੂ ਕਰਦੇ ਹਾਂ ਪਰਮੇਸ਼ਰ ਦੇ ਬਚਨ ਜ਼ਬੂਰ ਤੋਂ। ਆਪਾਂ ਪੜ੍ਹਦੇ ਹਾਂ ਜੀ 113 ਦੀ 1 ਤੋਂ 5, ਪਹਿਲੀਆਂ 5 ਆਇਤਾਂ ਪੜ੍ਹਦੇ ਹਾਂ 113 ਦੀਆਂ। 113 ਦੀ ਪਹਿਲੀ ਪੰਜ ਜੀ ਜੀ ਉਹਦੇ ਵਿੱਚ ਲਿਖਿਆ ਹੈ, ਉੱਪਰ ਹੈਡਿੰਗ ਇਹੋ ਹੈ, ਪ੍ਰਭੂ ਦੀ ਵਧਾਈ ਦੀ ਮਹਿਮਾ। ਹਾਂਜੀ, ਭਲਾਈ ਦੀ ਮਹਿਮਾ, ਸੌਰੀ। ਹਾਂਜੀ, ਉਹ 'ਚ ਲਿਖਿਆ ਹੈ, ਪ੍ਰਭੂ ਦੀ ਜੈ। ਹਾਲੇਲੂਇਆ, ਖੁਦਾਵੰਦ ਦੀ ਹਮਦ ਕਰੋ। ਹਾਂਜੀ ਹਾਂਜੀ, ਬਿਲਕੁਲ ਜੀ। ਹਾਲੇਲੂਇਆ। ਪ੍ਰਭੂ ਦੇ ਸੇਵਕੋ, ਉਹਦੀ ਮਹਿਮਾ ਕਰੋ। ਹਾਂਜੀ, ਉਹਦੇ ਨਾਂ ਨੂੰ ਵਡਿਆਓ। ਆਮੇਨ। ਪ੍ਰਭੂ ਦਾ ਨਾਂ ਸਦੀਪਕ ਕਾਲ ਤੱਕ ਧਨ ਹੈ। ਹਾਲੇਲੂਇਆ। ਪ੍ਰਭੂ ਦੇ ਨਾਂ ਦੀ ਪੂਰਬ ਤੋਂ ਪੱਛਮ ਤੱਕ ਮਹਿਮਾ ਹੁੰਦੀ ਹੈ। ਹਾਂਜੀ, ਪ੍ਰਭੂ ਸਭ ਕੌਮਾਂ 'ਤੇ ਰਾਜ ਕਰਦਾ ਹੈ। ਉਹਦੀ ਮਹਿਮਾ ਆਕਾਸ਼ਾਂ ਤੋਂ ਵੀ ਉੱਚੀ ਹੈ। ਪ੍ਰਭੂ ਸਾਡੇ ਪਰਮੇਸ਼ਰ ਵਰਗਾ ਕੋਈ ਨਹੀਂ ਹੈ। ਉਹ ਸੱਚਾਈ 'ਤੇ ਵਿਰਾਜਮਾਨ ਹੈ। ਹਾਲੇਲੂਇਆ। ਇਹ ਜਿਹੜਾ ਹੈ ਨਾ, ਸਾਡੇ ਪ੍ਰਭੂ ਪਰਮੇਸ਼ਰ ਵਰਗਾ ਕੋਈ ਨਹੀਂ, ਇਹਦੇ ਲਈ ਇੱਕ ਬੜਾ ਹੀ ਜ਼ਬਰਦਸਤ ਕੂਚ 15 ਦੀ 11 'ਚ ਇਹ ਭੇਤ ਮੂਸਾ ਨੂੰ ਪਤਾ ਸੀ। ਮੀਖਾ ਮੌਕਾ ਯਾਨੀ ਸਾਡੇ ਪਰਮੇਸ਼ਵਰ ਪ੍ਰਭੂ ਜਿਹਾ ਹੈ ਹੀ ਕੋਈ ਨਹੀਂ। ਇਹ ਜਦੋਂ ਨਾਰਾ ਲਾਉਂਦਾ ਸੀ ਤੇ ਉਹਦੀ ਹਜ਼ੂਰੀ ਆ ਜਾਂਦੀ ਸੀ। ਸੌਰੀ। ਹਾਂਜੀ ਹਾਲੇ ਹਾਂਜੀ, ਆਪਾਂ ਜੀ ਦੁਆ ਕਰਦੇ ਹਾਂ। ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਜੀ। ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ। ਆਪ ਮਹਾਨ ਹੋ ਔਰ ਆਪ ਵਰਗਾ ਕੋਈ ਨਹੀਂ ਹੈ। ਔਰ ਆਪ ਦੀ ਮਹਿਮਾ ਸਾਰੀ ਦੁਨੀਆ 'ਤੇ ਪੂਰਬ ਤੋਂ ਪੱਛਮ ਤੱਕ ਹੁੰਦੀ ਰਹੇ ਪਰਮੇਸ਼ਰ ਪਿਤਾ। ਔਰ ਆਪ ਦੇ ਨਾਮ ਦੀ ਜੈ ਜੈਕਾਰ ਹੁੰਦੀ ਰਹੇ। ਔਰ ਆਪ ਦਾ ਨਾਮ ਹੋਰ ਵੀ ਉੱਚੇ ਤੋਂ ਉੱਚਾ ਹੁੰਦਾ ਰਹੇ ਪਰਮੇਸ਼ਰ ਪਿਤਾ। ਸਾਰਾ ਜਲਾਲ, ਸਾਰੀ ਮਹਿਮਾ ਆਪ ਦੀ ਹੈ। ਆਪ ਭਲੇ ਪਰਮੇਸ਼ਰ ਹੋ ਪਰਮੇਸ਼ਰ ਪਿਤਾ। ਆਪ ਭਲਾਈ ਕਰਦੇ ਹੋ ਪਰਮੇਸ਼ਰ ਪਿਤਾ। ਹਰ ਸਮੇਂ ਆਪ ਭਲਾਈ ਹੀ ਚਾਹੁੰਦੇ ਹੋ ਔਰ ਸਾਰੇ ਇਨਸਾਨਾਂ ਦਾ ਆਪ ਭਲਾ ਚਾਹੁੰਦੇ ਹੋ, ਭਲਾ ਕਰਨਾ ਚਾਹੁੰਦੇ ਹੋ ਪਰਮੇਸ਼ਰ ਪਿਤਾ। ਅਸੀਂ ਆਪ ਦਾ ਸ਼ੁਕਰ ਕਰਦੇ ਹਾਂ ਕਿ ਆਪ ਸਾਡੇ ਪਰਮੇਸ਼ਰ ਹੋ ਔਰ ਆਪ ਨੇ ਸਾਨੂੰ ਚੁਣਿਆ ਪਰਮੇਸ਼ਰ ਪਿਤਾ। ਅਸੀਂ ਆਪ ਦੇ ਲੜ ਲੱਗੇ। ਸਾਡਾ ਆਪਣੇ ਅੰਧੇਰੇ 'ਚੋਂ ਸਾਨੂੰ ਕੱਢ ਕੇ ਰੌਸ਼ਨੀ ਵਿੱਚ ਲੈ ਕੇ ਆਂਦਾ ਪਰਮੇਸ਼ਰ ਪਿਤਾ। ਸੱਚਮੁੱਚ ਆਪ ਵਰਗਾ ਪਰਮੇਸ਼ਰ ਕੋਈ ਨਹੀਂ ਹੈ। ਆਪ ਦਾ ਸ਼ੁਕਰ ਕਰਦੇ ਹਾਂ ਔਰ ਅੱਜ ਦੇ ਸਮੇਂ ਦੇ ਲਈ ਸ਼ੁਕਰ ਕਰਦੇ ਹਾਂ। ਅੱਜ ਦੀ ਇਸ ਬਾਈਬਲ ਸਟੱਡੀ ਦੇ ਲਈ ਸ਼ੁਕਰ ਕਰਦੇ ਹਾਂ। ਆਪ ਜੀ ਦੇ ਦਾਸ ਬ੍ਰਦਰ ਇਕਬਾਲ ਜੀ ਦੇ ਲਈ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ ਕਿ ਵਫਾਦਾਰੀ ਦੇ ਨਾਲ ਔਰ ਇਮਾਨਦਾਰੀ ਦੇ ਨਾਲ ਦਿਲੋਂ ਇਹ ਪਰਮੇਸ਼ਰ ਪਿਤਾ ਆਪ ਦੀ ਸੇਵਾ ਕਰ ਰਹੇ ਹਨ। ਆਪ ਦੇ ਵਚਨ ਨੂੰ ਸਿਖਾਲ ਰਹੇ ਹਨ ਪਰਮੇਸ਼ਰ ਪਿਤਾ। ਲੋਕਾਂ ਤੱਕ ਪਹੁੰਚਾ ਰਹੇ ਹਨ ਔਰ ਹਮੇਸ਼ਾ ਹਰ ਸਮੇਂ ਤਿਆਰ ਰਹਿੰਦੇ ਹਨ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਇਹਨਾਂ ਦੇ ਜੀਵਨ ਦੇ ਲਈ। ਇਹਨਾਂ ਦੇ ਜੀਵਨ ਦੇ ਬਰਕਤ ਮੰਗਦੇ ਹਾਂ ਔਰ ਇਹਨਾਂ ਦੇ ਪਰਿਵਾਰ ਦੇ ਲਈ ਬਰਕਤ ਮੰਗਦੇ ਹਾਂ ਪਰਮੇਸ਼ਰ ਪਿਤਾ। ਔਰ ਅੱਜ ਦੀ ਸਾਰੀ ਬਾਈਬਲ ਸਟੱਡੀ ਆਪ ਦੇ ਹੱਥਾਂ ਵੀ ਦਿੰਦੇ ਹਾਂ। ਪਵਿੱਤਰ ਆਤਮਾ ਜੀ, ਸਾਨੂੰ ਗਾਈਡ ਕਰੋ, ਲੀਡ ਕਰੋ। ਜੋ ਕੁਛ ਵੀ ਬੋਲਿਆ ਜਾਵੇ, ਪੜ੍ਹਿਆ ਜਾਵੇ, ਸੁਣਿਆ ਜਾਵੇ, ਸਮਝਿਆ ਜਾਵੇ, ਉਹ ਕੇਵਲ ਤੇ ਕੇਵਲ ਆਪ ਵੱਲੋਂ ਹੋਵੇ। ਆਪਣੇ ਵਚਨ ਦੁਆਰਾ ਗੱਲਬਾਤ ਕਰੋ ਪਰਮੇਸ਼ਰ ਪਿਤਾ। ਆਪ ਜੀ ਦੀ ਮਰਜ਼ੀ ਪੂਰੀ ਹੋਵੇ ਔਰ ਇਹ ਸਭ ਕੁਛ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਆਮੀਨ ਆਮੀਨ। ਜੈ ਮਸੀਹ ਦੀ। ਹਾਲੇਲੂਇਆ। ਆਪਾਂ ਪ੍ਰਕਾਸ਼ ਦੀ ਪੋਥੀ ਦੀ ਸਟੱਡੀ ਹੈ ਨਾ ਕਰ ਰਹੇ ਹਾਂ। 20ਵੇਂ ਚੈਪਟਰ ਦੇ ਵਿੱਚ ਅਸੀਂ ਕਈ ਚੀਜ਼ਾਂ ਪੁਆਇੰਟ ਸਾਹਮਣੇ ਰੱਖੇ ਨੇ, ਜਿਹੜੇ ਮੇਰੇ ਖਿਆਲ ਹੈ ਕਿ 16-17 ਹੈ ਨਾ। ਇਹਦੇ ਵਿੱਚ ਹੀ ਅਸੀਂ ਸਟੱਡੀ ਕਰ ਸਕਦੇ ਹਾਂ ਕਿ ਸਵਰਗਾਂ ਦਾ ਜਦੋਂ ਰਾਜ ਆਉਣਾ ਹੈ, 1000 ਸਾਲਾ ਬਾਦਸ਼ਾਹੀ ਹੋਣੀ ਹੈ, ਜਿਹਨੂੰ ਕਿੰਗਡਮ ਆਫ ਹੈਵਨ ਵੀ ਕਹਿ ਲਓ। ਆਪਾਂ ਇਹ ਵੀ ਦੇਖ ਲਿਆ ਸੀ ਕਿ ਇਹ ਜਿਹੜਾ ਰਾਜ ਹੈ ਪ੍ਰਭੂ ਯਿਸੂ ਮਸੀਹ ਜਦੋਂ ਆਪਣੇ ਸਿੰਘਾਸਣ 'ਤੇ ਆਉਣਗੇ, ਹੁਣ ਤੇ ਪਿਤਾ ਦਾ ਸ਼ੇਅਰ ਕਰ ਰਹੇ ਨੇ ਔਰ ਵੇਟ ਕਰ ਰਹੇ ਨੇ, ਅਤੇ ਉਹ ਸਾਰੀਆਂ ਗੱਲਾਂ 1000 ਸਾਲਾ ਬਾਦਸ਼ਾਹੀ ਦੇ ਵਿੱਚ
ਅਗਰ ਅਸੀਂ ਇੰਨਾ ਕਹਿ ਦਈਏ ਤੇ ਬਹੁਤ ਸਾਰੇ ਪੁਆਇੰਟ ਮਿਸ ਹੋ ਰਹੇ ਸਨ। ਸੋ ਅਸੀਂ ਸੋਚਿਆ ਕਿ ਪਹਿਲੇ 1000 ਸਾਲਾਂ ਬਾਦਸ਼ਾਹੀ ਦੇ ਵਿੱਚ ਇਹ ਸਾਰੀਆਂ ਗੱਲਾਂ ਨੂੰ ਸਟੱਡੀ ਕਰ ਲਈਏ, ਉਹਦੇ ਬਾਅਦ ਫਿਰ ਇਸ ਚੈਪਟਰ ਦੀਆਂ ਬਾਕੀ ਵਰਸਿਸ ਨੂੰ ਵੀ ਦੇਖ ਲਾਂਗੇ। ਸੋ ਲਾਸਟ ਆਪਾਂ ਇੱਕ ਦੇਖਿਆ ਸੀ ਕਿ ਇਸ ਬਾਦਸ਼ਾਹੀ ਦੇ ਵਿੱਚ ਕਿਹੜੀ ਜਨਤਾ ਹੋਏਗੀ, ਹੈ ਨਾ, ਉਹਦੇ 'ਤੇ ਆਪਾਂ ਕਰ ਰਹੇ ਸਾਂ। ਸੋ ਥੋੜ੍ਹਾ ਜਿਹਾ ਗਾਂਹ ਵੱਧ ਜਾਈਏ ਕਿ ਹੁਣ ਇਹ ਜਿਹੜੀ 1000 ਸਾਲਾ ਬਾਦਸ਼ਾਹੀ ਹੈ ਜਾਂ ਰਾਜ ਹੋਣਾ ਹੈ, ਇਹਦੇ ਵਿੱਚ ਆਪਾਂ ਹੀ ਸਵਾਲ ਕਰ ਰਹੇ ਹਾਂ ਕਿ ਕੀ ਕੋਈ ਕਾਨੂੰਨ ਵੀ ਹੋਣਗੇ, ਲਾਸ, ਜਾਂ ਉਹਨੂੰ ਪੰਜਾਬੀ 'ਚ ਵੀ ਕਾਨੂੰਨ ਹੀ ਹੋਗੇ, ਹਾਂ ਕਿਉਂ ਨਹੀਂ ਕਹਿੰਦੇ ਜਿਸ ਤਰ੍ਹਾਂ। ਤੇ ਇਹ ਦੇਖੋ ਜੀ, ਜਿਸ ਤਰ੍ਹਾਂ ਅੱਜ ਕੱਲ੍ਹ ਹਰ ਮੁਲਕਾਂ ਦੇ ਵਿੱਚ ਕਾਨੂੰਨ ਹੈਗੇ ਨੇ, ਬਿਲਕੁਲ ਹਰ ਮੁਲਕਾਂ ਦੇ ਆਪਣੇ ਆਪਣੇ ਕਾਨੂੰਨ ਹੈਗੇ ਨੇ, ਤੇ ਇਸੇ ਤਰੀਕੇ ਨਾਲ ਅਸਮਾਨ ਦਾ ਜਿਹੜਾ ਰਾਜ ਹੈ ਉਹਦੇ ਵਿੱਚ ਵੀ ਕਾਨੂੰਨ ਹੋਣਗੇ। ਇਹ ਖੁਦਾ ਦਾ ਇੱਕ ਸਿਸਟਮ ਰਿਹਾ ਸ਼ੁਰੂ ਤੋਂ ਕਿ ਆਦਮ ਨੂੰ ਪੈਦਾ ਕੀਤਾ ਉਤਪਤੀ 2 ਦੀ, ਤੇ 15 ਤੋਂ 17 ਦੇ ਵਿੱਚ ਉਹਨੂੰ ਇੱਕ ਗਾਰਡਨ ਆਫ ਈਡਨ ਯਾਨੀ ਆਪਣਾ ਬਾਗ ਸੀ, ਕਿਹੜਾ ਆਦਮ ਦੇ ਬਾਗ ਵਿੱਚ ਖੜਿਆ, ਤੇ ਉਹਨੂੰ ਵੀ ਉਹਨੇ ਕੁਛ ਇੱਕ ਵੱਡਾ ਕਾਨੂੰਨ ਦਿੱਤਾ ਕਿ ਇਸ ਦਰਖਤ ਦਾ ਫਲ ਨਾ ਖਾਏ। ਇੱਕੋ ਹੀ ਕਾਨੂੰਨ ਦਿੱਤਾ, ਉਹਨੇ ਉਹਨੂੰ ਵੀ ਨਹੀਂ ਪੂਰਾ ਕੀਤਾ। ਅੱਗੇ ਫਿਰ ਨੂਹ ਤੋਂ 8 ਲੋਕਾਂ ਤੋਂ ਚੱਲੀ, ਉਹਨਾਂ ਨੂੰ ਅਸੀਂ ਨਹੀਂ ਜ਼ਿਆਦਾ ਡਿਟੇਲ ਜਾਣਗੇ, 7 ਕਾਨੂੰਨ ਦਿੱਤੇ, ਠੀਕ ਹੈ, ਤੇ ਫਿਰ ਉਹ ਵੀ ਨਹੀਂ ਪੂਰੇ ਹੋ ਸਕੇ। ਫਿਰ ਟੁਰਦਿਆਂ ਮੂਸਾ ਨੂੰ 10 ਹੁਕਮ ਦਿੱਤੇ, ਬਨੀ ਇਸਰਾਈਲ ਕੌਮ ਨਹੀਂ ਕਰਦਿਆਂ 631 ਕਾਨੂੰਨ ਬਣ ਗਏ। ਹੁਣ ਬੰਦਾ ਇੱਕ ਨਹੀਂ ਪੂਰਾ ਕਰ ਸਕਦਾ 631 ਕਹੀਂ। ਉਹਦੇ ਲਈ ਫਿਰ ਪ੍ਰਭੂ ਯਿਸੂ ਮਸੀਹ ਨੇ ਕਿਹਾ ਹੋਏ ਤੁਹਾਡੇ ਵੱਸ ਦਾ ਹੀ ਨਹੀਂ ਕੰਮ। ਸੋ ਮਤਲਬ ਇਹ ਕਹਿਣ ਦਾ ਕਿ ਜੇ ਖੁਦਾ ਦਾ ਇੱਕ ਸਿਸਟਮ ਇਹ ਨਹੀਂ ਵਕਤ ਲਈ ਹੁੰਦਾ, ਉਹ ਇਟਰਨਿਟੀ ਕੀ ਉਹਨੂੰ ਕਹਿ ਲਓ, ਅਨੰਤ ਕਾਲ ਤੱਕ। ਹਾਂਜੀ। ਸੋ ਆਦਮ ਨੂੰ ਦੇਖਿਆ, ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਅੰਤ ਕਾਲ ਦੇ ਵਿੱਚ ਵੀ ਕਾਨੂੰਨ ਹੋਣਗੇ। ਅਨੰਤ ਟ੍ਰਿਨਿਟੀ ਦੇ ਵਿੱਚ ਮਤਲਬ ਹਾਂਜੀ, ਅਬਦੀਅਤ ਨੂੰ ਕਹਿੰਦੇ ਨੇ, ਇਟਰਨਿਟੀ। ਤੇ ਫਿਰ 1000 ਸਾਲਾ ਬਾਦਸ਼ਾਹੀ 'ਚ ਕਿਉਂ ਨਹੀਂ ਹੋਣਗੇ ਕਾਨੂੰਨ? ਠੀਕ ਹੈ, ਸ਼ੈਤਾਨ ਤੇ ਉਹਦੇ ਭੈੜੇ ਦੂਤ ਦੇ ਕੇ ਗਏ ਫਰਿਸ਼ਤੇ ਤੇ ਭੈੜੀ ਆਤਮਾਵਾਂ, ਉਹ ਤੇ ਅਥਾਹ ਕੁੰਡ 'ਚ ਹੋਣਗੀਆਂ, ਬਾਟਮਲੈਸ ਪਿਟ 'ਚ ਹੋਣਗੀਆਂ। ਲੇਕਿਨ ਹੁਣ 1000 ਸਾਲਾ ਰਾਜ, ਇਹਦੇ ਲਈ ਖੁਦਾ ਨੇ ਜਾਂ ਪਰਮੇਸ਼ਵਰ ਨੇ ਆਪਣੀ ਮਰਜ਼ੀ ਲੋਕਾਂ ਉੱਤੇ ਲਾਗੂ ਕਰਨ ਲਈ ਕਾਨੂੰਨ ਬਣਾਏ ਨੇ। ਹੁਣ ਉਹਨਾਂ ਕਾਨੂੰਨਾਂ ਦੇ ਤਹਿਤ ਉਹ ਆਪਣੀ ਮਰਜ਼ੀ ਜਿਹੜੀ ਹੈ ਨਾ, ਉਹ ਲੋਕਾਂ ਨੂੰ ਪੂਰੀ ਕਰਨੀ ਪੈਣੀ ਹੈ। ਇਹ ਕਾਨੂੰਨ ਹੋਣਗੇ ਕਿਉਂਕਿ ਇਹ ਇੱਕ ਧਰਤੀ ਦੀ ਜ਼ਮੀਨੀ ਜਾਂ ਸੰਸਾਰਿਕ ਰਾਜ ਹੋਣਾ ਹੈ, ਔਰ ਇਹਦੇ ਵਿੱਚ ਉਹ ਲੋਕ ਵੀ ਹੋਣਗੇ ਜਿਹੜੇ ਦਿਲੋਂ ਯਿਸੂ ਦੇ ਇਸ ਰਾਜ ਨੂੰ ਅੰਦਰੋਂ ਨਹੀਂ ਮੰਨਣਗੇ, ਉਹ ਜੋ ਉੱਤੋਂ ਜਾਣਗੇ ਉਹਦੇ ਕੋਲ। ਕਿਉਂਕਿ ਇਹ ਸਾਨੂੰ ਹਵਾਲੇ ਇਸ ਲਈ ਮਿਲਦੇ ਨੇ ਕਿ ਜਿਉਂ ਹੀ 1000 ਸਾਲ ਬਾਅਦ ਸ਼ੈਤਾਨ ਤੇ ਉਹਦੇ ਭੈੜੀ ਆਤਮਾਵਾਂ ਤੇ ਸਾਰੇ ਖੋਲ੍ਹ ਦਿੱਤੇ ਜਾਣਗੇ, ਇਹ ਲੋਕ ਉਹਨਾਂ ਦੇ ਨਾਲ ਰਲ ਕੇ ਤੇ ਗੋਗ ਮਗੋਗ ਕੀ ਜੂਝ ਮਜੂਜ ਦੇ ਲਈ ਫਿਰ ਉਹਦੇ ਨਾਲ ਰਾਜ਼ੀ ਹੋ ਜਾਣਗੇ। ਸੋ ਇਹ ਬੜਾ ਦੇਖਣਾ ਹੈ ਕਿ ਕਈ ਲੋਕ ਵੀ ਦਿਲੋਂ ਨਹੀਂ ਹੋਣਗੇ, ਉਹ ਨਹੀਂ ਚਾਹਣਗੇ ਯਿਸੂ ਦੀ, ਪਰ ਉਹ ਕਾਨੂੰਨ ਡੰਡਾ। ਹੁਣ ਜਿਸ ਤਰ੍ਹਾਂ ਕੈਨੇਡਾ ਦੇ ਕਾਨੂੰਨ ਵਿੱਚ ਚਾਹੇ ਉਹ ਮਿਨਿਸਟਰ ਹੈ, ਪ੍ਰਾਈਮ ਮਿਨਿਸਟਰ ਹੈ, ਕੋਈ ਹੈ, ਕੋਈ ਵੀ ਹੈ, ਉਹ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਹ ਕਾਨੂੰਨ ਜਿਹੜੇ ਨੇ ਨਾ, ਇਹ ਖੁਦਾ ਨੇ ਇਟਰਨਿਟੀ, ਫਿਰ ਮੈਂ ਭੁੱਲ ਗਿਆ ਕੀ ਹੈ, ਅਨੰਤ ਕਾਲ ਦੇ ਲਈ ਉਹਨੇ ਪਹਿਲੇ ਹੀ ਸੋਚ ਕੇ ਬਣਾਏ ਦੇ ਨੇ। ਸੋ ਇਹਦੇ ਵਿੱਚ ਅਸੀਂ ਇਹ ਵੇਖ ਰਹੇ ਹਾਂ ਕਿ ਜਿਹੜਾ ਪ੍ਰਭੂ ਯਿਸੂ ਮਸੀਹ
ਦੀ ਰਾਜ ਵਿੱਚ ਇਹ ਲੋਕ ਕਈ ਖੁਸ਼ ਨਹੀਂ ਹੋਣਗੇ। ਤੇ ਪ੍ਰਕਾਸ਼ ਦੀ ਪੋਥੀ ਉਹਦਾ 20 ਦੀ ਪਹਿਲੀ 10 ਆਇਤਾਂ 'ਚ ਇਸ ਰਾਜ ਦੇ ਵਿੱਚ ਗੁਨਾਹਗਾਰ ਪਾਪੀ ਲੋਕ ਵੀ ਹੋਣਗੇ। ਤੇ ਇਹ ਹਵਾਲੇ ਬੜੇ ਸਾਰੇ ਨੇ, ਕਿਉਂਕਿ ਇੱਕ ਹਵਾਲੇ ਨਾਲ ਬੰਦਾ ਫਸ ਜਾਂਦਾ ਹੈ। ਸੋ ਦ ਬੁੱਕ ਆਫ ਰੈਵਲੇਸ਼ਨ ਹੈ ਨਾ, ਉਹਦੀ 20 ਦੀ 1 ਤੋਂ 10, ਤੇ ਅਜ਼ਾਇਆ ਚੂँकि ਬਾਈਬਲ ਸਟੱਡੀ ਹੈ, ਯਸਾਇਆ 2 ਦੀ 2 ਤੋਂ 4, ਫਿਰ ਅਜ਼ਾਇਆ ਚੈਪਟਰ 9 ਵਰਸ 6 ਐਂਡ 7, ਯਾਨੀ ਯਸਾਇਆ 9 ਦੀ 6 ਤੇ 7, ਫਿਰ ਯਸਾਇਆ ਚੈਪਟਰ 11 ਵਰਸਿਸ 3 to 5, ਸੋ ਅਜ਼ਾਇਆ ਚੈਪਟਰ 16 ਵਰਸ 5, ਯਸਾਇਆ 16 ਦੀ 5, ਅਜ਼ਾਇਆ 65 ਦੀ 20, ਯਾਨੀ ਯਸਾਇਆ 65 ਦੀ 20। ਅੱਗੇ ਭਜਨ ਜਾਂ ਜ਼ਬੂਰਾਂ ਦੀ ਪੋਥੀ ਸਾਮਸ ਚੈਪਟਰ 2 ਵਰਸ 6 to 9, ਯਾਨੀ ਜ਼ਬੂਰ 2 ਦੀ 6 ਤੋਂ 9, ਮਾਈਕਾ ਜਾਂ ਮੀਕਾ 4 ਦੀ 3, ਤੇ ਜ਼ਕਰਾਇਆ 14 ਦੀ 16 ਤੋਂ 21, ਜ਼ਕਰਾਇਆ ਚੈਪਟਰ 14 ਵਰਸਿਸ 16 to 21, 1 Corinthians ਚੈਪਟਰ 15 ਵਰਸ 24 to 28, ਪਹਿਲਾ ਕਰੰਥੀਆਂ 15 ਦੀ 24 ਤੋਂ 28, ਤੇ ਫਿਰ ਆਪਣਾ ਠੀਕ ਹੈ। ਸੋ ਇਹ ਵਰਸਿਸ ਇਹ ਦੱਸਦੀਆਂ ਨੇ ਕਿ ਇਸ 1000 ਸਾਲਾ ਰਾਜ ਦੇ ਵਿੱਚ ਗੁਨਾਹਗਾਰ ਵੀ ਹੋਣਗੇ, ਤਾਂ ਹੀ ਉਹ ਸ਼ੈਤਾਨ ਦੇ ਨਾਲ ਬਾਅਦ ਵਿੱਚ ਮਿਲ ਜਾਣਗੇ। ਠੀਕ ਹੈ। ਸੋ ਇਸ ਦੌਰ ਵਿੱਚ ਉਹ ਵੀ ਲੋਕ ਇਹੋ ਜਿਹੇ ਹੋਣਗੇ ਜਿਹੜੇ ਪਾਪ ਵੀ ਕਰਨਗੇ, ਤੇ ਪਾਪ ਦੀ ਮਜ਼ਦੂਰੀ ਕੀ ਹੈ? ਮੌਤ ਹੈ। The wages of death, the wage of sin is death. ਉਹਨਾਂ ਨੂੰ ਮੌਤ ਦੀ ਸਜ਼ਾ ਵੀ ਹੋਏਗੀ ਕਾਨੂੰਨਾਂ ਦੇ ਥੱਲੇ। ਕਿੱਥੇ ਲਿਖਿਆ? ਇਹ ਲਿਖ ਲਓ, ਯਸਾਇਆ 11 ਦੀ 3 ਤੋਂ 5, ਅਜ਼ਾਇਆ ਚੈਪਟਰ 11 ਵਰਸਿਸ 3 to 5, ਸੋ ਅਜ਼ਾਇਆ ਚੈਪਟਰ 16 ਵਰਸ 5, ਯਸਾਇਆ 16 ਦੀ 5, ਅਜ਼ਾਇਆ 65 ਦੀ 20 ਵਰਸ। ਤੇ ਇਹ ਕਾਨੂੰਨ ਇਸ ਲਈ ਹੋਣਗੇ ਇਹਨਾਂ ਚੋਂ ਕੋਈ ਪੜ੍ਹ ਲਈਏ ਜੀ। ਉਹੀ ਮੈਂ ਕਹਿ ਰਿਹਾ ਕਿ ਹਵਾਲੇ ਹੀ ਇੰਨੇ ਨੇ, ਕੋਈ ਪੜ੍ਹ ਦਿਓ। ਕੋਈ ਪੜ੍ਹ ਲਿਆ ਕਹਿ ਰਹੇ ਸੀ ਕਾਨੂੰਨ ਇੰਨੇ ਹੋਣਗੇ ਜੀ, ਇਸ ਲਈ ਹੋਗੇ। ਹਾਂਜੀ, ਉਹ ਕਾਨੂੰਨ ਜਿਹੜੇ ਨੇ ਇਸ ਲਈ ਹੋਣਗੇ ਕਿ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਏਗੀ ਨਾ, ਤਾਂ ਜੇ ਉਹਨਾਂ ਦੇ ਵੀ ਨਿਆਂ ਹੋ ਸਕੇ ਇਸ ਪੀਰੀਅਡ ਦੇ ਵਿੱਚ ਹੀ। ਜੀ 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 ਹਾਂਜੀ। ਤੇ ਆਪਾਂ ਪੜ੍ਹਦੇ ਹੈ ਜੀ ਇਜ਼ਾਇਆ 65 ਪੜ੍ਹਦੇ ਨੇ ਜੀ ਜੀ। ਕੁਝ ਹੁਣ ਬਹੁਤੇ ਹਵਾਲੇ ਦੇਣ ਦੇ, ਕੁਛ ਤੇ ਪੜ੍ਹਦੇ ਜੀ। ਜੀ ਕੁਛ ਪੜ੍ਹ ਰਹੀ ਹੈ ਜੀ 65 ਵੀ, ਕਿਉਂਕਿ ਇਹ ਕਦੀ ਇੱਥੇ ਤੱਕ ਕਦੀ ਸੋਚਿਆ ਨਹੀਂ ਵੀ ਉਹ ਇੰਨਾ ਪਤਾ ਮਿਲੀਨੀਅਮ ਰਾਜ ਹੋਣਾ ਯਿਸੂ ਨੇ ਕਰਨਾ, ਉਹਦੇ ਵਿੱਚ ਅੰਦਰ ਚੀਜ਼ਾਂ ਕੀ ਹੋਣੀਆਂ ਇੰਨੀ ਗਹਿਰਾਈ ਤੱਕ ਮੈਂ ਕਦੀ ਸੋਚਿਆ ਨਹੀਂ ਹੈਗਾ। ਹੋ ਸਕਦਾ ਨਹੀਂ ਸੋਚਿਆ ਤੇ ਅਸੀਂ ਵੀ ਨਹੀਂ, ਲੇਕਿਨ ਜਿਸ ਤਰ੍ਹਾਂ ਹੁਣ ਅਸੀਂ ਕਹਿੰਦੇ ਹਾਂ ਕਿ ਸਵਰਗ ਹੈ, ਭਾਈ ਉੱਥੇ ਵੀ ਕਾਨੂੰਨ ਜੇ। ਆਪਾਂ ਆਕਾਸ਼ ਜਾਂ ਹੈਵਨਸ ਦੀ ਸਟੱਡੀ ਕੀਤੀ ਸੀ ਨਾ, ਉਹਦੇ ਵਿੱਚ ਅਸੀਂ ਲਾਅ ਦੇਖੇ ਸਨ ਕਿ ਉੱਤੇ ਕਿਹੜੇ ਕਾਨੂੰਨ ਚੱਲ ਰਹੇ ਨੇ। ਐਵੇਂ ਤੇ ਨਹੀਂ ਕੋਈ ਚੀਜ਼ ਚੱਲ ਰਹੀ ਨਾ। ਹਾਲਾ ਉਹ ਸਪਿਰਿਟ ਬੀਇੰਗਸ ਨੇ, ਰੂਹਾਨੀ ਵਜੂਦ ਰੱਖਣ ਵਾਲਿਆਂ ਲਈ ਵੀ ਕਾਨੂੰਨ ਖੁਦਾ ਨੇ ਬਣਾਏ ਦੇ ਨੇ। ਦੇਖ ਲਓ, ਤੇ 1000 ਸਾਲਾਂ ਬਾਦਸ਼ਾਹੀ 'ਚ ਵੀ ਕਾਨੂੰਨ ਹੋਣਗੇ। ਇੱਥੇ ਤੇ ਬੜੇ ਵਿੱਚ ਲੋਕ ਹੋਣਗੇ ਜਿਹੜੇ ਪਾਪੀ ਵੀ ਨੇ ਸਾਰੇ, ਹੈ ਨਾ, ਤੇ ਜਿਹੜੇ ਰੂਹਾਨੀ ਗਲੋਰੀਫਾਈ ਬਾਡੀ ਵਾਲੇ ਵੀ ਹੋਣੇ ਨੇ। ਬਿਲਕੁਲ। ਹੁਣ ਉਹ ਕਾਨੂੰਨ ਸਾਰਿਆਂ ਲਈ ਹੈ, ਉਹਨਾਂ ਲਈ ਵੀ ਅੱਗੇ ਦੇਖ ਲੈਂਦੇ ਹਾਂ। ਚਲੋ, ਉਹਨਾਂ ਨੂੰ ਵੀ ਇਹ ਮਤਲਬ ਇਹ ਫਾਲੋ ਕਰਨੇ ਪੈਣਗੇ। ਹਾਂਜੀ ਜੀ ਹੈ ਜੀ। ਇਹ 20 ਔਰ 21 ਔਰ 22 ਇਕੱਠਾ ਇਹ ਲਿਖਿਆ ਮੇਰੇ ਜੀ। ਲੋਕ ਘਰ ਬਣਾ ਕੇ ਆਪ ਉਹਨਾਂ ਵਿੱਚ ਰਹਿਣਗੇ, ਕੋਈ ਪਰਾਇਆ ਉਹਨਾਂ ਵਿੱਚ ਨਹੀਂ ਰਹੇਗਾ। ਕੋਈ ਅੰਗੂਰੀ ਬਾਗ ਲੈ ਕੇ ਆਪਣੀ ਅੰਗੂਰੀ ਦਾਖਰਸ ਪੀਣਗੇ, ਕੋਈ ਪਰਾਈਆਂ
ਉਹਨਾਂ ਦੇ ਦਾਖਰਸ ਨਹੀਂ ਪੀਣਗੇ, ਰੁੱਖਾਂ ਦੇ ਵਾਂਗ ਮੇਰੇ ਲੋਕ ਲੰਮੀ ਉਮਰ ਭੋਗਣਗੇ, ਉਹ ਆਪਣੇ ਹੱਥਾਂ ਦੀ ਮਿਹਨਤ ਨਾਲ ਪੂਰਾ ਲਾਭ ਲੈਣਗੇ। ਹਾਂਜੀ, ਇਹ ਇੱਥੇ ਵਿੱਚ ਲੱਗਦਾ ਵਰਡਸ ਕਈ ਵਾਰੀ ਨਾ ਮਿਸਿੰਗ, ਮੈਂ ਇੰਗਲਿਸ਼ ਵਿੱਚ ਦੇਖ ਲੈਂਦਾ ਦੇਖ ਹਾਂ। ਤੇ 16 ਦੀ 5 ਵੀ ਪੜ੍ਹ ਦੇਣਾ ਅੰਗਰੇਜ਼ੀ 'ਚ, ਹੈ ਨਾ, ਜੈਸੇ ਵੀ ਹੋਏ, ਤਾਂ ਕਿ ਅਸੀਂ ਇਹ ਦੇਖੀਏ। ਹਾਂਜੀ, ਕਿਉਂਕਿ ਕਾਨੂੰਨ ਹੋਏਗਾ ਤੇ ਫਿਰ ਹੀ ਜਿਹੜਾ ਤੋੜੇਗਾ ਫਿਰ ਉਹਦਾ ਬੰਦਾ ਜੱਜਮੈਂਟ ਹੋ ਸਕਦੀ ਹੈ ਨਾ। ਹਾਂਜੀ ਹਾਂਜੀ, ਇਜ਼ਾਇਆ 65 ਦੀ 21 ਦੇ ਵਿੱਚ ਇੱਥੇ ਲਿਖਿਆ ਹੈਗਾ। ਹਾਂ, ਦੇ ਵਿਲ, ਆਹੀ ਲਿਖਿਆ ਜੀ। ਹਾਂ, ਜੋ ਉੱਥੇ ਪੜ੍ਹਿਆ, ਦੇ ਵਿਲ ਬਿਲਡ ਹਾਊਸਿਸ ਐਂਡ ਡਿਵੈਲ ਇਨ them, they will plant vineyards and eat their fruit, no longer will they build a house and others will live in them, the plants। ਹਾਂਜੀ, ਪਨਿਸ਼ਮੈਂਟ ਦਾ ਨਹੀਂ ਇਹਦੇ ਵਿੱਚ। 16 ਦੀ 5 ਪੜ੍ਹ ਦਿਓ। ਓਕੇ ਜੀ। ਜੀ। ਤੇ ਮਤਲਬ ਇਹ ਵੇ ਕਿ ਇਹ ਲਾਅ ਕੀਤੇ ਜਾਣਗੇ, ਕੋਈ ਕਿਸੇ ਦੀ ਚੀਜ਼ ਨੂੰ ਛੇੜੇ ਨਾ। ਹਾਂ, ਉਹ ਮਤਲਬ ਕਹਿਣ ਦਾ ਮਤਲਬ ਇਹ ਕਿ ਅਗਰ ਉਹ ਤੋੜੇਗਾ ਕਾਨੂੰਨ, ਹਾਂ ਇਸ ਦੇ, ਕਿਉਂਕਿ ਆਪਣਾ ਜਿਹੜੇ ਲਿਖਿਆ ਆਪਣੇ ਬਾਗ ਬੀਜੂਗਾ ਤੇ ਆਪੇ ਹੀ ਉਹ ਖਾਓਗੇ, ਆਪੇ ਖਾਣਗੇ। ਇਹ ਨਹੀਂ ਜੇ ਕੋਈ ਚੋਰ ਆਣਗੇ ਤੇ ਉਹ ਕਰਨਗੇ ਤੇ ਉਦੋਂ, ਕਿਉਂਕਿ ਗੁਨਾਹਗਾਰ ਵੀ ਸ਼ਾਮਲ ਹੋਣੇ ਨੇ। ਹਾਂ, ਠੀਕ ਹੈ, ਠੀਕ ਹੈ, ਠੀਕ ਹੈ। ਸ਼ੈਤਾਨ ਤੇ ਨਹੀਂ ਹੋਣਾ, ਲੇਕਿਨ ਫਿਰ ਵੀ ਪਾਪ ਤੇ ਉਹਨਾਂ ਦੇ ਵਿੱਚ ਹੋਣਾ ਜਿਹੜਾ ਹੈ। ਹਾਂਜੀ, ਠੀਕ ਹੈ। 16 ਦੀ 5 ਦੇ ਵਿੱਚ ਦੇਖ ਆ ਲੈਂਦੇ ਇੱਕ ਹੋਰ ਪੜ੍ਹ ਦਿਓ। ਹਾਂਜੀ, 16 ਦੀ ਇਹ ਮਿਲੇਨੀਅਮ ਦੀ ਸਾਰੀ ਗੱਲਾਂ। ਇਹ 1000 ਸਾਲਾ ਬਾਦਸ਼ਾਹੀ ਦੇ ਵਿੱਚ ਜਿਹੜੇ ਫਿਰ ਕਾਨੂੰਨ ਹੋਣਗੇ ਉਹਦੇ ਮੁਤਲਕ ਦੇਖ ਰਹੇ ਨੇ। ਹਾਂਜੀ, 16 ਦੀ 5 ਦੇ ਵਿੱਚ ਲਿਖਿਆ ਹੈ, ਤਦ ਦਾਊਦ ਦੇ ਵੰਸ਼ ਦਾ ਇੱਕ ਰਾਜ ਸਿੰਘਾਸਣ ਉੱਤੇ ਬੈਠਣਗੇ, ਜੋ ਲੋਕਾਂ ਉੱਤੇ ਇਮਾਨਦਾਰੀ ਅਤੇ ਦਇਆ ਨਾਲ ਰਾਜ ਕਰੇਗਾ। ਉਹ ਭਲਾ ਕੰਮ ਤੁਰੰਤ ਕਰੇਗਾ ਅਤੇ ਉਹਨਾਂ ਦਾ ਨਿਆਂ ਨਾ ਪੱਖ ਲਵੇਗਾ। ਹਾਂਜੀ, ਠੀਕ ਹੈ, ਨਿਆਂ ਮਤਲਬ ਇੱਥੇ ਵੀ ਹਾਂ ਦੇਖਦੇ ਹਾਂ ਕਿ ਉਸ ਦੇ ਦੌਰਾਨ ਵੀ ਨਿਆਂ ਹੋਣਾ ਆ। ਇਸ ਲਈ ਕੋਈ ਪ੍ਰੋਬਲਮ ਹੋਊਗੀ ਤਾਂ ਨਿਆਂ ਹੋਏਗਾ ਨਾ। ਕਾਨੂੰਨ ਹੋਣਗੇ ਜਿਹਦੇ ਥਾਈਂ ਪਤਾ ਲੱਗੇਗਾ ਬਈ ਤੂੰ ਫਲਾਣੇ ਦੇ ਖੇਤ 'ਚ ਵੜ ਗਿਆ। ਹਾਂ, ਸੋ ਅੱਛਾ, ਹੁਣ ਕਿਹੜੇ ਕਾਨੂੰਨ ਹੋਣਗੇ ਇਹ ਵੀ ਤਾਂ ਵੇਖ ਲਈਏ ਬਈ ਐਵੇਂ। ਅੱਛਾ, ਇਹ ਉਹ ਕਾਨੂੰਨ ਹੋਣਗੇ ਜਿਹੜੇ ਪਰਮੇਸ਼ਵਰ ਦੀ ਮਰਜ਼ੀ ਨੂੰ ਜਾਂ ਉਹਦੀ ਮਰਜ਼ੀ ਦੀ ਜਿਹੜੀ ਡਿਟੇਲ ਨੂੰ ਜ਼ਾਹਿਰ ਕਰਨਗੇ ਕਿ ਉਹ ਕੀ ਚਾਹੁੰਦਾ ਹੈ ਇਹਦੇ ਵਿੱਚ, ਹੈ ਜੀ। ਅਤੇ ਇਹਦੇ ਵਿੱਚ ਫਿਰ ਹੁਣ ਇਹ ਇੱਕ ਖਾਸ ਗੱਲ ਹੈ ਕਿ ਜਿਹੜੇ ਮੋਜ਼ਿਸ ਨੂੰ ਲਾਅ ਦਿੱਤੇ ਗਏ ਸਨ ਤੇ ਪ੍ਰਸ ਜਿਹੜੇ ਯਿਸੂ ਨੇ ਦਿੱਤੇ ਨੇ, ਉਹਨਾਂ ਦਾ ਮਿਕਸਚਰ ਹੋ ਕੇ ਇਹ ਕਾਨੂੰਨ ਬਣਨਗੇ। ਯਾਨੀ ਇਹਦੇ 'ਚ ਨਏ ਤੇ ਪੁਰਾਣੇ ਨੇਮ ਦੇ ਕਾਨੂੰਨ ਸ਼ਾਮਲ ਹੋਣਗੇ ਜਿਹੜੇ ਇਨਸਾਨਾਂ ਉੱਤੇ ਲਾਗੂ ਹੋਣਗੇ। ਇਹਦਾ ਮਤਲਬ ਇਹ ਸਾਡੀ ਸੋਚ ਬਾਜ਼ਤ ਗਲਤ ਹੋ ਜਾਂਦੀ ਹੈ ਕਿ ਉਹ ਜੀ ਪੁਰਾਣਾ ਨੇਮ ਤੇ ਗਿਆ, ਲੇਕਿਨ ਉਹ ਕਿਉਂ ਜੇ ਇਨਸਾਨ ਦੇ ਲਈ ਕਾਨੂੰਨ ਬੜੇ ਜ਼ਰੂਰੀ ਨੇ। ਹਾਂਜੀ, ਜਿੱਦਾਂ ਮਤਲਬ ਬਲੀਆਂ ਚੜੂਗੀਆਂ ਪੁਰਾਣੇ ਨਿਯਮ ਵਾਂਗੂ। ਜੀ, ਇਸ ਤਰ੍ਹਾਂ ਹੋਏਗਾ। ਹਾਂਜੀ, ਹੁਣ ਜਿਵੇਂ ਕਿ ਇਹਦੇ ਹਵਾਲੇ ਵੇਖ ਲਓ, ਇਜ਼ਾਇਆ ਚੈਪਟਰ 2 ਵਰਸ 2 to 4, ਯਸਾਇਆ 2 ਦੀ 2 ਤੋਂ 4 ਤੇ ਮਾਈਕਾ 4 ਦੀ 2। ਇਹ ਬਹੁਤ ਹੀ ਅੱਛੇ ਤਰੀਕੇ ਨਾਲ ਅਗਰ ਸਟੱਡੀ ਕੀਤੀ ਜਾਏ। ਹਿਸਕੀਏਲ 40 ਪਾਰਟ ਪਹਿਲੀ ਆਇਤ ਤੋਂ ਲੈ ਕੇ 48 ਦੀ 35 ਤੱਕ ਇਹ ਸਾਰਾ ਹਾਲ ਦੱਸਿਆ। ਹਿਸਕੀਏਲ ਚੈਪਟਰ 40 ਵਰਸ 1, ਯਾਨੀ 40 ਚੈਪਟਰ ਪੂਰਾ ਤੋਂ ਲੈ ਕੇ 41, 42, 43, 44, 45, 46, 48 ਚੈਪਟਰ ਦੀ 35 ਆਇਤ ਤੱਕ। ਇਹ ਜਿਹੜੇ ਮੋਜ਼ਿਸ ਲਾਅ ਜਿਹੜਾ ਹੈ, ਇਹ ਨਾ ਸਿਰਫ ਇੱਥੇ ਬਲਕਿ ਇਹ ਇਟਰਨਿਟੀ ਦੇ ਵਿੱਚ ਵੀ ਲਾਗੂ ਹੋਣਗੇ। ਠੀਕ ਹੈ, ਦੇਖੋ ਨਾ, ਜਦੋਂ ਖੁਦਾ ਨੇ ਮੂਸਾ ਨੂੰ ਇਹ ਕਾਨੂੰਨ ਦਿੱਤੇ ਸਨ, ਅਸੀਂ ਥੱਲੋਂ ਉੱਤੇ ਚੱਲਨੇ ਆ, ਹੈ ਨਾ। ਉਹ ਉੱਤੋਂ ਇੰਜ ਨੂੰ ਆਉਂਦਾ ਹੈ ਖੁਦਾ ਦਾ ਸਿਸਟਮ। ਜਿਸ ਤਰੀਕੇ ਨਾਲ ਬਿਲਡਿੰਗ ਜਦੋਂ ਬਣਦੀ ਹੈ ਤੇ ਉੱਤੇ ਥੱਲੋਂ ਫਾਊਂਡੇਸ਼ਨ ਤੋਂ ਉੱਤੇ ਬਣਦੀ ਹੈ, ਲੇਕਿਨ ਜਿਹੜੇ ਇਹਨੂੰ ਡਿਜ਼ਾਈਨ ਕਰਦੇ ਨੇ
ਉਹ ਉਤੋਂ ਲੋਡ ਕੈਲਕੂਲੇਟ ਕਰ ਕਰਕੇ ਤੇ ਤਾਂ ਜਾ ਕੇ ਤੇ ਫਾਊਂਡੇਸ਼ਨ ਜਿਹੜੀ ਹੈ ਨਾ ਉਹਦੇ ਮੁਤਾਬਿਕ ਯਾਰ ਕਰਦੇ ਨੇ। ਜੇ ਇੰਜ ਨਾ ਕਰਨ ਤੇ ਫਾਊਂਡੇਸ਼ਨ ਬਹਿ ਜਾਏ। ਜੇ ਮਸਲਨ 10 ਮੰਜ਼ਲਾ ਬਣਾਉਣੀ ਹੈ, ਉਤੋਂ ਉਹ ਲਾਈਵ ਡੈਡ ਲੋਡ ਬਈ ਬੰਦਿਆਂ ਦਾ ਤੇ ਮਟੀਰੀਅਲ ਦਾ ਲੋਡ ਕਰਕੇ ਤੇ ਫਿਰ ਉਹ ਕਹਿੰਦੇ ਨੇ ਨਹੀਂ ਯਾਰ ਇਹ 5 ਫੁੱਟ ਡੂੰਘੀ ਹੋਣੀ ਚਾਹੀਦੀ ਹੈ, 2 ਫੁੱਟ ਚੌੜੀ ਹੋਣੀ ਚਾਹੀਦੀ ਹੈ। ਖੁਦਾ ਦਾ ਜਿਹੜਾ ਸਿਸਟਮ ਹੈ ਉੱਤੋਂ ਯਾਨੀ ਇਟਰਨਿਟੀ ਤੋਂ ਥੱਲੇ ਆਣ ਕੇ ਤੇ ਉਹਨੇ ਇਹ ਮੋਜ਼ਿਸ ਨੂੰ ਵੀ ਇਸ ਲਈ ਇਹ ਕਾਨੂੰਨ ਦਿੱਤੇ ਸਨ ਕਿ ਭਾਈ ਇਹਨੂੰ ਮੈਂ ਅੱਗੇ ਵੀ ਇਸਤੇਮਾਲ ਕਰਨਾ ਹੈ। ਇਹ ਟ੍ਰਿਨਿਟੀ ਦਾ ਕੋਈ ਮੋਜ਼ਿਸ ਦਾ ਦੱਸੋ, ਕੋਈ ਜੀ ਬਾਈਬਲ ਵਰਸ ਕੋਈ ਦਿਓ ਕੋਈ ਮੋਜ਼ਿਸ ਦਾ ਲਾ ਟ੍ਰਿਨਿਟੀ ਦੇ ਵਿੱਚ। ਦੇਖੋ ਇੱਥੇ ਹੁਣ 2 ਕਿਸਮ ਦੇ ਲੋਕ ਸਾਨੂੰ ਨਜ਼ਰ ਆ ਰਹੇ ਨੇ। ਇੱਕ ਉਹ ਜਿਹੜੇ ਗਲੋਰੀਫਾਈ ਜਿਨ੍ਹਾਂ ਕੋਲ ਜਲਾਲੀ ਵਾਦਨ ਹੈ, ਜਦੋਂ ਅਸੀਂ ਠੀਕ ਹੈ, ਹਾਂਜੀ, ਇਹ ਤੇ ਪ੍ਰਭੂ ਯਿਸੂ ਦੇ ਨਾਲ ਹੋ ਕੇ ਤੇ ਇਹ ਤੇ ਇਸ ਰਾਜ ਦੇ ਵਿੱਚ ਇਹ ਅੱਗੇ ਅਸੀਂ ਦੇਖਾਂਗੇ ਕਿ ਉਹ ਕੌਣ ਕਾਨੂੰਨ ਲਾਗੂ ਕਰੇਗਾ, ਪ੍ਰਭੂ ਯਿਸੂ ਮਸੀਹ ਤੇ ਉਹ ਲੋਕ ਜਿਹੜੇ ਹੈਗੇ ਨੇ ਉਹਨਾਂ ਦੇ। ਲੇਕਿਨ ਉਹ ਲਾਅ ਜਿਹੜੇ ਨੇ ਉਹ ਜਿਹੜੇ ਜਿਨ੍ਹਾਂ ਦਾ ਰੂਹਾਨੀ ਵਜੂਦ ਹੋਣਾ ਤੇ ਜਿਹੜੇ ਜਿਸਮਾਨੀ ਵਜੂਦ ਸਾਰਿਆਂ ਨੂੰ ਮੰਨਣੇ ਹੀ ਪੈਣੇ ਨੇ। ਇਹ ਅੱਗੇ ਅਸੀਂ ਹਵਾਲਿਆਂ 'ਚ ਦੇਖਾਂਗੇ। ਉਹ ਹੁਣ ਇਹ ਤੁਸੀਂ ਟ੍ਰਿਨਿਟੀ ਦੀ ਗੱਲ ਕਰ ਰਹੇ ਹੋ ਆਪਣੇ ਇਹ 1000 ਸਾਲਾ ਬਾਦਸ਼ਾਹੀ 1000 ਸਾਲਾ ਬਾਦਸ਼ਾਹੀ 'ਚ, ਕਿਉਂਕਿ ਗੁਨਾਹਗਾਰ ਵੀ ਹੋਣਗੇ ਉਹਨਾਂ ਨੂੰ ਵੀ ਮੋਜ਼ਿਸ ਲਾਅ ਦੇ ਵਿੱਚ। ਦੇਖੋ ਪ੍ਰਭੂ ਯਿਸੂ ਮਸੀਹ ਨੇ ਜਿਹੜੇ 10 ਹੁਕਮ ਨੇ, ਅਸੀਂ ਮੋਜ਼ਿਸ ਤੋਂ ਚੱਲਨੇ ਆ। ਪ੍ਰਭੂ ਯਿਸੂ ਮਸੀਹ ਨੇ ਜਿਨ੍ਹਾਂ ਨੂੰ ਤਬਦੀਲ ਕਰਨਾ ਸੀ, ਯਾਨੀ ਦੰਦ ਦੇ ਬਦਲੇ ਦੰਦ, ਅੱਖ ਦੀ ਬਦਲੇ ਅੱਖ, ਉਹ ਉਹਨਾਂ ਨੂੰ ਤਬਦੀਲ ਕਰ ਦਿੱਤਾ। ਔਰ ਜਿਹੜੇ ਬਾਕੀ ਨੇ ਮੋਜ਼ਿਸ ਲਾਅ ਉਹ ਤੇ ਇਸਤੇਮਾਲ ਹੋਣਗੇ। ਬਈ ਮਾਂ ਬਾਪ ਦੀ ਇੱਜ਼ਤ ਕਰਨੀ ਹੈ, ਇਹ ਸਾਰੇ ਲਾਅ ਇਸਤੇਮਾਲ ਹੋਣਗੇ ਜਿਹੜੇ ਮੋਰੈਲਿਟੀ ਦੇ ਨੇ ਨਾ। ਜਿਸ ਤਰੀਕੇ ਨਾਲ ਹੁਣ ਇੱਥੇ ਆ ਗਿਆ ਜੀ ਚੋਰੀ ਨਾ ਕਰਨਾ, 10 ਹੁਕਮ ਵੇਖ ਲਓ ਹੈ, ਸਿਰਫ ਉਹ ਜਿਹੜੇ ਯਿਸੂ ਨੇ ਤਬਦੀਲ ਕਰ ਦਿੱਤੇ ਨੇ। ਇਸ ਲਈ ਅਸੀਂ ਇਹ ਦੇਖ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਜੋ ਲਾਅ ਦੱਸੇ ਨੇ ਪ੍ਰੇਮ ਉੱਤੇ ਵੀ ਹੈ, ਤੇ ਮੋਜ਼ਿਸ ਤੇ ਜਿਨ੍ਹਾਂ ਨੂੰ ਉਹਨੇ ਠੀਕ ਕੀਤਾ, ਤੇ ਮੋਜ਼ਿਸ ਲਾਅ ਤੇ ਯਿਸੂ ਦੇ ਲਾਅ ਮਿਲ ਕੇ ਇਹ ਅਪਲਾਈ ਹੋਣਗੇ। ਭਈ ਤੂੰ ਚੋਰੀ ਨਾ ਕਰੀ, ਤੂੰ ਜ਼ਨਾ ਨਾ ਕਰੀ, ਹੈ ਨਾ। ਇਹ ਸਾਰੇ ਤੇ ਯਿਸੂ ਨੇ ਵੀ ਇਹੀ ਗੱਲ ਕਹੀ ਹੈ ਕਿ ਜੇ ਤੁਸੀਂ ਭੈੜੀ ਨਿਗਾਹ ਨਾਲ ਕਿਸੇ ਔਰਤ ਨੂੰ ਵੇਖ ਲਓ ਤੁਸੀਂ ਉਹਦੇ ਨਾਲ ਵੀ ਪਾਪ ਕਰ ਬੈਠੇ। ਸੋ ਇਹ ਲਾਅ ਜਿਹੜੇ ਨੇ ਇਹ ਦੋਏ ਮਿਲ ਕੇ ਇਹਦੇ 'ਚ ਹੋਣਗੇ, ਕਿਉਂਕਿ ਇਹ ਆਪਾਂ ਇਹਦੇ ਵਿੱਚ ਦੇਖ ਰਹੇ ਹਾਂ ਕਿ ਇਹ ਲਾਅ ਅੱਗੇ ਵੀ ਜਾਣਗੇ। ਉਹ ਅੱਗੇ ਹਾਲਾਂਕਿ ਸਾਡੇ ਬੜੇ ਤਾਕਤ ਰਹਿੰਦੇ ਨੇ, ਇਹ ਸਾਰੇ ਵਿੱਚ ਆਣਗੇ। ਤੇ ਇਹ ਵੀ ਹੈ ਕਿ ਇਸਰਾਈਲ ਕੌਮ ਵੀ ਉਹਨਾਂ ਨੂੰ ਮੰਨੇਗੀ, ਕਿਉਂਕਿ ਉਹ ਖੁਦਾ ਨੇ ਉਹ ਤੇ ਤੋਰਾ ਉੱਤੇ ਚੱਲਦੇ ਨੇ ਨਾ। ਪਹਿਲੀ 5 ਕਿਤਾਬਾਂ ਜਿਹੜੀਆਂ ਨੇ ਪੁਰਾਣੇ ਨੇਮ ਦੀਆਂ, ਤੋਰਾ ਉਹਨਾਂ ਨੂੰ ਕਹਿੰਦੇ ਨੇ, ਹਾਂਜੀ। ਤੇ ਉਹ ਵੀ ਵਿੱਚ ਹੋਣਗੇ ਤਾਂ ਕਿ ਇਸਰਾਈਲ ਕੌਮ ਜਿਹੜੀ ਹੈ ਨਾ ਉਹਨੂੰ ਵੀ ਮੰਨੇ, ਉਧਰ ਯਿਸੂ ਦੇ ਵੀ ਨੂੰ ਮੰਨੇ, ਉਹਨੂੰ ਵੀ ਮੰਨੇਗੀ। ਸੋ ਇਹ ਜਿਹੜੇ ਹੁਣ ਇਹ ਸਾਰਿਆਂ ਲਈ ਹੋਣੇ ਨੇ। ਇਹ ਜਿਹੜੇ ਭਾਵੇਂ ਅਸੀਂ ਵੀ ਹਾਂ, ਸਾਨੂੰ ਵੀ ਉਹ ਲਾਅ ਦੇ ਅੰਡਰ ਹੀ ਹੋਣਾ ਆਪਾਂ। ਇਸ ਲਈ ਆਪਾਂ ਸਟੱਡੀ ਕੀਤੀ ਸੀ ਕਿ ਜਿਹੜਾ ਦਾਊਦ ਨਬੀ, ਉਹ ਇਸਰਾਈਲ ਦੇ 12 ਗੋਥੋਂ ਤੇ ਫਿਰ ਆ ਜਾਏਗਾ, ਔਰ ਮਤਲਬ ਉਸੇ ਲਾਅ ਦੇ ਮੁਤਾਬਿਕ, ਠੀਕ ਹੈ। ਹੁਣ ਇਸ ਲਈ ਇਹ ਜਿਹੜੇ ਪ੍ਰਭੂ ਯਿਸੂ ਮਸੀਹ ਨੇ ਕਿਹੜੇ ਕਾਨੂੰਨ ਦੱਸੇ ਦੇਣੇ ਨੇ, ਮਤੀ 5 ਚੈਪਟਰ ਤੋਂ ਲੈ ਕੇ 7 ਚੈਪਟਰ ਦੇ ਵਿੱਚ ਮੋਜ਼ਿਸ ਦੇ ਤਾਂ ਪਤਾ ਹੀ ਨੇ, ਤੇ ਪ੍ਰਭੂ ਯਿਸੂ ਦੇ ਨੇ ਇਹਨਾਂ ਨੂੰ ਬੈਲੈਂਸ ਕਰਕੇ ਜੈਸੇ ਵੀ ਖੁਦਾ ਚਾਹੇਗਾ। ਹੁਣ ਸਾਡੇ ਕੋਲ ਇੱਕ ਇਹ ਵੇ ਕਿ ਇਹਨਾਂ ਯਿਸੂ ਮੋਜ਼ਿਸ ਲਾਅ ਤੇ ਯਿਸੂ ਨੇ ਜਿਹੜੇ ਦੱਸੇ ਨੇ ਉਹ ਇਕੱਠੇ ਯੂਜ਼ ਹੋਣ, ਠੀਕ ਹੈ। ਇਹ ਆਪਣੇ ਮਿਲੇਨੀਅਮ ਦੇ ਵਿੱਚ, ਹਾਂਜੀ। ਤੇ ਆਪਣੇ ਟ੍ਰਿਨਿਟੀ ਦਾ ਵਿੱਚ ਕੁਝ ਦਿਖਾਵਾ ਨਾ, ਟ੍ਰਿਨਿਟੀ ਦੇ ਵਿੱਚ ਵੀ ਇਟਰਨਿਟੀ ਅੱਗੇ ਆ ਰਿਹਾ ਹੈ। ਉਹ ਅਸੀਂ ਕਰਾਂਗੇ 20 ਤੇ 21 ਚੈਪਟਰ, 21 ਤੇ 22 ਚੈਪਟਰ ਵਿੱਚ। ਉਹ ਅੱਗੇ ਆਏਗਾ, ਹਾਲਾਂ ਸਿਰਫ 20 'ਚ ਹੀ ਆ ਰਹੇ
ਇਸ ਲਈ ਇਹ ਥੋੜਾ ਹਵਾਲਾ ਦੇ ਦਿੱਤਾ ਹੈ ਕਿ ਇਟਰਨਿਟੀ ਦੇ ਵਿੱਚ ਵੀ ਇਹ ਲਾਅ ਹੋਣਗੇ। ਉਹਦਾ ਕੋਈ ਬਾਈਬਲ ਵਰਸ ਹੈ? ਆਏਗਾ ਆਏਗਾ ਬਾਕੀ ਇੱਕ ਹੋਰ ਸੀਗਾ ਜੀ, ਹਾਂਜੀ ਇੱਕ ਹੋਰ ਪੁੱਛਣਾ ਸੀ ਜਿਹੜਾ ਤੁਸੀਂ ਆਪਾਂ ਇਹ ਤਾਂ ਹੁਣ ਤਾਂ ਲੱਗ ਗਿਆ ਜਿਹੜਾ ਮਿਲੀਨੀਅਮ ਤੁਸੀਂ ਮਤਲਬ ਕੁਝ 1000 ਸਾਲਾ ਬਾਦਸ਼ਾਹੀ ਸਾਡਾ ਮੇਨ ਚੱਲ ਰਿਹਾ ਹੈ। ਓਕੇ ਮਿਲੀਨੀਅਮ। ਓਕੇ ਜੀ। ਤੇ ਇਹ ਤਾਂ ਹੁਣ ਪਤਾ ਲੱਗ ਗਿਆ ਮਿਲੀਨੀਅਮ ਦੇ ਵਿੱਚ ਜਿਹੜੀ ਇਹ, ਕਿਉਂਕਿ ਮਿਲੀਨੀਅਮ ਤਾਂ ਇੱਕਦਮ ਸ਼ੁਰੂ ਹੋ ਜਾਣਾ ਨਾ, ਤੇ ਆਪਣੇ ਟਰਬੂਲੇਸ਼ਨ ਦੇ ਟਰਬੂਲੇਸ਼ਨ ਤੋਂ ਬਾਅਦ ਅੱਛਾ ਇਹ ਗੱਲ ਹੈ ਮਿਲੀਨੀਅਮ ਜਦੋਂ ਸ਼ੁਰੂ ਹੋਏਗਾ ਯਿਸੂ ਨੇ ਆਉਣਾ ਜਦੋਂ ਲੈਂਡ ਕਰਨਾ ਨਿਸ਼ਾਨਾਂ ਦੇ ਨਾਲ ਹੈ, ਨਿਸ਼ਾਨਾਂ ਦੇ ਨਾਲ ਆਏਗਾ। ਹਾਂਜੀ ਨਿਸ਼ਾਨਾਂ ਦੇ ਨਾਲ, ਨਿਸ਼ਾਨ ਇਹ ਹੈ ਗ੍ਰੇਟ ਟਰਬੂਲੇਸ਼ਨ ਜਾਂ ਉਹ ਸਾਰਾ ਕੁਝ ਜੋ ਜਿਸੇ ਆਪਾਂ ਪੜ੍ਹਦੇ ਆ ਰਹੇ ਹਾਂ ਸਾਰਾ ਕੁਝ ਹੈ ਨਾ। ਤੇ ਇਹ ਮਤਲਬ ਇੱਕਦਮ ਕਿ ਉਹ ਅੱਜ ਤੋਂ 7 ਸਾਲ ਤੱਕ ਵੀ ਆ ਸਕਦਾ ਹੈ, ਹਾਂਜੀ ਜਿਸ ਤਰ੍ਹਾਂ ਵੀ ਜੋ ਹੋਣਾ। ਹਾਂਜੀ ਤੇ ਅੱਜ ਜਿਹੜਾ ਆਉਣਾ ਉਹ ਅਚਾਨਕ ਹੀ ਹੋਣਾ, ਤੇ ਫਿਰ ਉਹ ਕਿਸੇ ਤਰ੍ਹਾਂ। ਤੇ ਉਸ ਤੋਂ ਬਾਅਦ ਤੇ ਦੂਸਰਾ ਮੈਂ ਇਹ ਪੁੱਛਣਾ ਸੀਗਾ ਜੀ, ਮੇਰਾ ਕਹਿਣ ਦਾ ਮਤਲਬ ਸੀਗਾ ਵੀ ਉਸ ਟਾਈਮ ਮੈਂ ਫੋਕਸ ਮੇਰਾ ਹੈਗਾ ਵੀ ਆਹ ਜਿਹੜੀ ਜਨਤਾ ਲੋਕੀ ਜਿਹੜੇ ਨਹੀਂ ਬਚਾਏ ਗਏ ਵੀ ਉੱਥੇ ਉਸ ਟਾਈਮ ਹੋਣੇ ਆ, ਆਪਾਂ ਆਹ ਪੜ੍ਹਿਆ ਹੈ ਨਾ, ਤੇ ਉਹਨਾਂ 'ਤੇ ਜਿਹੜਾ ਕਿ ਆਪਾਂ ਜਿਹੜਾ ਰਾਜ ਕਰਨਾ ਉਹਨਾਂ 'ਤੇ ਰਾਜ ਕਰਨਾ ਯਿਸੂ ਦੇ ਨਾਲ। ਤੇ ਜਿਹੜਾ ਆਪਾਂ ਕਿਹਾ ਸੀ ਰਾਜ ਕਰਨਾ, ਕੀ ਇਹ ਟ੍ਰਿਨਿਟੀ ਦੇ ਵਿੱਚ ਵੀ ਅਸੀਂ ਰਾਜ ਕਰਨਾ ਹੈ? ਉਹ ਅਸਲੀ ਤੇ ਨਇਆ ਯਰੂਸ਼ਲਮ ਜਦੋਂ ਉਤਰੇਗਾ ਨਾ ਜੀ, ਮਤਲਬ ਅਸਮਾਨ ਤੋਂ ਉਤਰੇਗਾ, ਤੇ ਉੱਥੇ ਵੀ ਅਗਰ ਅਸੀਂ 20-21 ਚੈਪਟਰ ਜਾਵਾਂਗੇ ਉੱਥੇ ਵੀ ਕੋਈ ਲੋਕ ਹੋਣਗੇ ਜਿਨ੍ਹਾਂ ਉੱਤੇ ਅਸਾਂ ਕਰਨਾ ਹੈ ਨਾ ਜੀ। ਹਾਂ ਉਹ ਸੀਗਾ ਮੇਰਾ ਸਵਾਲ। ਹਾਂਜੀ ਉਹ ਆਏਗਾ ਅੱਗੇ। ਓਕੇ ਅੱਛਾ ਚਲੋ ਇਹਦੇ ਵਿੱਚ ਮੈਂ ਕੋਸ਼ਿਸ਼ ਕਰਨਾ ਟੱਚ ਦੇਣ ਦੀ, ਜਿਸ ਤਰੀਕੇ ਨਾਲ ਇਟਰਨਿਟੀ ਦਾ ਯਾਰ ਪੰਜਾਬੀ ਲਫ਼ਜ਼ ਤੁਸੀਂ ਟ੍ਰਿਨਿਟੀ ਹੁੰਦਾ ਐਂਡਲੈਸ ਨਾ, ਨਹੀਂ ਮਤਲਬ ਕਿ ਇੱਕ ਹੁੰਦਾ ਅੰਤਕਾਲ, ਅੰਤ ਹੋਣਾ, ਅਨੰਤ ਕਾਲ ਮਤਲਬ ਉਹਦਾ ਕੋਈ ਅੰਤ ਨਹੀਂ ਹੋਣਾ ਨਾ, ਬਿਨਾਂ ਅੰਤ ਤੋਂ ਅਨੰਤ ਕਾਲ। ਅਨੰਤ ਕਾਲ ਦਾ ਰੈਫਰੈਂਸ ਇਸ ਲਈ ਦੇ ਰਿਹਾ ਤਾਂ ਕਿ ਅੱਗੇ ਤੁਸੀਂ ਤਿਆਰੀ ਕਰੀ ਰੱਖੀਏ ਅਸੀਂ ਸਾਰੇ। ਅੱਛਾ ਇਹ ਫਿਰ ਹੁਣ ਕਾਨੂੰਨ ਜਿਹੜੇ ਨੇ ਇਹ ਤਾਂ ਹੁਣ ਦੇਖੋ ਨਾ, ਮਤੀ 5 ਤੋਂ ਲੈ ਕੇ ਤੇ ਮਤੀ 7 ਚੈਪਟਰ ਵਿੱਚ ਸਾਨੂੰ ਸਾਰੇ ਕਾਨੂੰਨ ਮਿਲਣਗੇ। ਮੋਜ਼ਸ ਦੇ ਤੇ ਆਲਰੇਡੀ ਹੈਗੇ ਨੇ, ਇਹ ਵੀ ਹੈਗੇ ਨੇ। ਹੁਣ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਵਿੱਚੋਂ ਇਹ ਲਾਗੂ ਹੋਣਗੇ, ਠੀਕ ਹੈ। ਹੁਣ ਇਹਦੇ ਵਿੱਚ ਜਿਹੜਾ ਮੈਂ ਕਹਿ ਰਿਹਾ ਸੀ ਦੰਦ ਉਹ ਨਹੀਂ ਹੋਣਗੇ, ਉਹਦੇ ਵਿੱਚੋਂ ਇਹਦੇ ਵਿੱਚੋਂ ਲੈ ਕੇ ਇੱਕ ਮਤਲਬ ਬਣਨਗੇ। ਹੁਣ ਇਹ ਕੌਣ ਲਾਗੂ ਕਰੇਗਾ? ਜਿਸ ਤਰ੍ਹਾਂ ਕਿ ਪ੍ਰਭੂ ਯਿਸੂ ਮਸੀਹ ਤੇ ਜਿਹੜੇ ਗਲੋਰੀਫਾਈ ਜਾਂ ਜਲਾਲੀ ਬਦਨ ਜਿਹੜੇ ਨੇ ਉਹ ਯਿਸੂ ਦੇ ਨਾਲ ਇਹਨਾਂ ਨੂੰ ਲਾਗੂ ਕਰਨਗੇ। ਯਾਨੀ ਹਕੂਮਤ ਅਸੀਂ ਦੇਖੀ ਸੀ ਕਿ ਥੀਓਕ੍ਰੈਟਿਕ ਮੀਨਸ ਇਹ ਇੱਕ ਹੀ ਬੰਦਾ ਪਰਮੇਸ਼ਵਰੀ ਇਹਨੂੰ ਕੰਟਰੋਲ ਕਰੇਗਾ। ਜੀਸਸ, ਫਿਰ ਉਹਦੇ ਬਾਅਦ ਦਾਊਦ ਅੰਡਰ ਜੀਸਸ, ਇਹ ਸਾਰਾ ਕਰੇਗਾ। ਥੀਓਕ੍ਰੈਟਿਕ ਹੈ ਨਾ, ਆਪਾਂ ਦੇਖਿਆ ਸੀ ਕਿ ਇਹ ਹਕੂਮਤ ਪਿੱਛੇ ਦੇ ਕੇ। ਹੁਣ ਕੌਮਾਂ ਕਿੱਥੇ ਹੋਣਗੀਆਂ ਇਹ ਸਾਰੀਆਂ? ਇਹ ਬੜਾ ਇੰਪੋਰਟੈਂਟ ਪੁਆਇੰਟ ਆ ਰਿਹਾ ਨਾ। ਤੇ ਗੈਰ ਕੌਮਾਂ ਜਿਹੜੀਆਂ ਨੇ ਜਿਨ੍ਹਾਂ ਯਿਸੂ ਨੂੰ ਨਹੀਂ, ਉਹਨਾਂ ਜਗ੍ਹਾਵਾਂ 'ਤੇ ਨੇ ਜਿੰਜ ਵਿਆਹ ਹੋ ਰਹੇ ਹੋਣਗੇ, ਪ੍ਰਭੂ ਯਿਸੂ ਮਸੀਹ ਨੇ ਦੱਸਿਆ ਹੈ ਨਾ, ਵਿਆਹ ਹੋ ਰਹੇ ਹੋਣਗੇ, ਲੋਕ ਖੁਸ਼ੀਆਂ ਕਰ ਰਹੇ ਹੋਣਗੇ, ਕਾਰੋਬਾਰ ਚੱਲ ਰਹੇ ਹੋਣਗੇ, ਉਹਨਾਂ ਹੀ ਇਲਾਕਿਆਂ 'ਚ ਹੋਣਗੇ ਉਹ ਲੋਕ। ਲੇਕਿਨ ਇਹ ਮਿਲੇਨੀਅਮ ਦੇ ਦੌਰਾਨ ਇਹ 1000 ਸਾਲਾਂ ਬਾਅਦ, ਲੇਕਿਨ ਉਹ ਜਿਨ੍ਹਾਂ ਦਾ ਵਾਅਦਾ ਖੁਦਾ ਨੇ ਇਬਰਾਹਿਮ, ਇਸਾਕ, ਦਾਊਦ ਨਾਲ ਕੀਤਾ ਹੈ, ਉਹ ਏਰੀਆਸ ਖਾਲੀ ਕਰਾ ਦਿੱਤੇ ਜਾਣਗੇ। ਉਹ ਜਨਾਬ ਕੋਈ 60 ਮੀਲ ਬਾਈ 60 ਮੀਲ ਦਾ ਰਫਲੀ ਮੈਂ ਦੱਸ ਰਿਹਾ, ਵੈਸੇ ਕਲਾਮ ਵਿੱਚ ਅੱਗੇ ਆਵਾਂਗੇ। ਉਹ ਏਰੀਆ ਵਿੱਚ ਚਲੋ ਤੁਸੀਂ ਤੇ ਨਿਕਲੋ। ਇਹ ਅੱਗੇ ਵੰਡਾਈ ਕਿੰਝ ਹੋਣੀ, ਇਹ ਸਾਰੀਆਂ ਚੀਜ਼ਾਂ ਅੱਗੇ ਦੇਖਾਂਗੇ। ਸੋ ਉਹ ਜਿਹੜਾ ਵਾਅਦਾ ਕੀਤਾ ਹੋਇਆ ਚੈਪਟਰ 12-15 ਇਹਦੇ ਵਿੱਚ ਉਹਨਾਂ ਏਰੀਆਜ਼ ਵਿੱਚ ਹੋਣਗੇ। ਹੁਣ ਵੈਸਟ ਵਿੱਚ ਇਹ ਜਿਹੜਾ ਨਾ ਮੈਡੀਟਰੇਨੀਅਨ ਸੀ ਹੈਗਾ, ਠੀਕ ਹੈ, ਉਹ ਹੈਗਾ। ਤੇ ਈਸਟ ਵਿੱਚ ਜਾ ਕੇ ਯੂਫਰੇਟਸ ਯਾਨੀ ਦਰਿਆਏ ਫਰਾਤ। ਸੋ ਵੈਸਟ ਬੋਲਦੇ ਹੋ ਕੀ ਹੈ? ਵੈਸਟ ਪੰਜਾਬੀ ਈਸਟ ਪੱਛਮ ਜਿਹੜਾ, ਹਾਂਜੀ ਉਹ ਪੱਛਮ ਜਿਹੜਾ ਨਾ ਉਹ ਮੈਡੀਟਰੇਨੀਅਨ ਸੀ ਹੈ, ਉੱਥੋਂ ਫਿਰ ਈਸਟ ਚੜ੍ਹਦਾ ਪੂਰਬ, ਹਾਂਜੀ, ਤੇ ਉਹ ਫਰਾਤ ਤੱਕ। ਇਹ ਇੱਕ ਹੈ। ਫਿਰ ਸਾਰਾ ਅਰੇਬੀਅਨ ਜਿਹੜਾ ਹੈ ਨਾ ਪੈਨਸੁਲਿਆ,
ਤੇ ਫਲਸਤੀਨ ਈਸਟ ਉਤੇ, ਇਹ ਸਾਰਾ ਸਾਊਥ ਉਤੇ ਬਿਆਬਾਨੀ ਮੁਲਕ ਹੈ, ਇਹ ਜਿਹੜਾ ਉਜਾੜ ਏਰੀਆ ਹੈਗਾ, ਇਹਦੇ ਰੈਫਰੈਂਸ ਲਿਖ ਲਓ ਕਿ ਇਹ 60 ਕਿਲੋਮੀਟਰ ਬਾਈ 60 ਕਿਲੋਮੀਟਰ, ਇਹ ਅਸਲੀ ਹਦੂਦ, ਇਹ ਨਇਆ ਇਸਰਾਈਲ ਹੋਏਗਾ ਜਿਹਦਾ ਵਾਅਦਾ ਕੀਤਾ ਹੈ। 1000 ਸਾਲਾ ਬਾਦਸ਼ਾਹੀ 'ਚ ਇਹਨਾਂ ਏਰੀਆਜ਼ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿੱਤਾ ਜਾਏਗਾ। ਬਈ ਕਿਹੜੇ ਕਿਹੜੇ ਨੇ ਇਹ ਦੇਖ ਲਓ। ਜੈਨਸਿਸ 15:12 ਦੇ ਵਿੱਚ ਤੇ ਉਹਨੇ ਕਿਹਾ ਸੀ ਤੈਨੂੰ ਮਤਲਬ ਹੈ ਤੂੰ ਨਿਕਲ ਆਪਣੇ ਨਿਸ਼ਚੈ ਨਾਤਾ ਵਿੱਚੋਂ ਕੁਝ ਪ੍ਰਾਮਿਸ ਕੀਤਾ। ਸੋ 15 ਦੀ 14 ਤੋਂ 18 ਦੇ ਵਿੱਚ ਲੋਕੇਸ਼ਨ ਦੱਸੀ ਹੈ। ਇਹ ਦੇਖੋ ਜੀ, ਇਹ ਹੁਣ ਤੇ ਜੋ ਮਰਜ਼ੀ 'ਤੇ ਕਬਜ਼ਾ ਕਰ ਰਹੇ ਨੇ। 1000 ਸਾਲਾ ਬਾਦਸ਼ਾਹੀ ਤੁਹਾਡੀ ਗੱਲ ਹੋ ਰਹੀ ਹੈ, ਜਦੋਂ 1000 ਸਾਲਾ ਬਾਦਸ਼ਾਹੀ ਯਿਸੂ ਨੇ ਆਉਣਾ ਇੱਕਦਮ ਨਹੀਂ ਸ਼ੁਰੂ ਹੋ ਜਾਣੀ। ਪਹਿਲੇ ਉਹ ਹਰ ਮਜ਼ਦੂਮ ਦੇ ਵਿੱਚ ਉਹਨਾਂ ਕੌਮਾਂ ਦਾ ਨਿਆਂ ਹੋ ਜਾਏਗਾ। ਜਦੋਂ ਹੋ ਜਾਏਗਾ ਉਹਦੇ ਬਾਅਦ 1000 ਸਾਲ ਬਾਦਸ਼ਾਹੀ ਜਿੱਥੇ ਸ਼ੈਤਾਨ ਰੱਖਿਆ ਜਾਏਗਾ। ਅੱਛਾ, ਸੋ ਇਹ ਪੈਦਾਇਸ਼ ਜਾਂ ਬੁੱਕ ਆਫ ਜੈਨੇਸਿਸ ਉਤਪਤੀ 14 ਦੀ 15 ਦੀ 14 ਤੋਂ 18 16 ਦੀ 14 ਤੋਂ 18 ਜੈਨੇਸਿਸ 15 ਦੀ 14 ਤੋਂ 18 ਤੇ ਜੈਨੇਸਿਸ 17 ਦੀ 6 ਤੋਂ 19 ਕੂਚ ਯਾਨੀ ਐਗਜ਼ੋਡਸ ਖਰੂਜ 32 ਦੀ 13 ਤੇ ਲੇਵੀਆਂ 25 ਦੀ 23 ਤੋਂ 34 ਐਬਾਰ ਲਿਵਿਟਿਕਸ 25 ਦੀ 23 ਤੋਂ 34 ਡਿਟੋਰਨਮੀ ਸਟੇਸ਼ਨਾ ਵਿਵਸਥਾ 4 ਦੀ 40। ਦੇਖੋ ਕਿੰਨੀ ਇਹਦੀ ਡਿਟੇਲ ਹੈ। ਯਸ਼ੂਆ 14 ਦੀ 9 ਤੇ ਦੂਸਰਾ ਇਤਿਹਾਸ ਜਾਂ ਸੈਕੰਡ ਕ੍ਰੋਨਿਕਲ ਚੈਪਟਰ 20 ਦੀ 7, ਦੂਸਰਾ ਤਵਾਰੀਖ 20 ਦੀ 7, ਅਜ਼ਾਇਆ ਚੈਪਟਰ 60 ਵਰਸ 21, ਯਸਾਇਆ 60 ਦੀ 61, ਯਰਮੀਆ 25 ਦੀ 5, ਜਰਮਾਇਆ ਚੈਪਟਰ 25 ਵਰਸ 5 25 ਦੀ 5, ਇਜ਼ੀਕੀਏਲ ਚੈਪਟਰ 47 ਦੀ 13 ਤੋਂ 23 47 ਦੀ ਯਾ 13 ਤੋਂ 23 ਤੋਂ ਇਹ ਉਹ ਏਰੀਆ ਨੇ ਜਿਹੜੇ ਖਾਲੀ ਕਰਾ ਦਿੱਤੇ ਜਾਣਗੇ। ਇਹ ਸਾਰਾ 60 ਕਿਲੋਮੀਟਰ ਬਾਈ 60 ਕਿਲੋਮੀਟਰ ਬਣਦਾ ਤਕਰੀਬਨ। ਥੋੜਾ ਹੀ ਹੈ ਨਹੀਂ, ਇਹ ਆਪਸ ਵਿੱਚ ਮੁਲਕ ਨਹੀਂ। ਅੱਛਾ, ਇਸਰਾਈਲ 60 ਮੀਲ ਹੋਣਾ ਜੀ, ਓਰੀਜਨਲ ਜਿਹੜਾ ਰੱਬ ਦਾ ਪ੍ਰੋਮਿਸ ਹੈ ਜੀ। ਬਾਹਰ ਵਾਲੀ ਚੜਾਈ 60 ਕਿਲੋਮੀਟਰ। ਇਹ ਮੈਂ ਤਕਰੀਬਨ ਇਸ ਲਈ ਕਹਿ ਰਿਹਾ, ਮੇਰੀ ਕੈਲਕੂਲੇਸ਼ਨ ਹੈ, ਤੁਸੀਂ ਲੇਕਿਨ ਇਹ ਤੇ ਚੀਜ਼ਾਂ ਪੱਕੀਆਂ ਨੇ ਨਾ, ਇਹਨਾਂ 'ਚ ਦੇਖ ਲਓ ਤੇ ਕੈਲਕੂਲੇਟ ਕਰ ਲੈਣਾ। ਠੀਕ ਹੈ ਜੀ, ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ। ਜੋ ਵੀ ਬਾਈਬਲ ਸਟੱਡੀ ਕੀਤੀ ਵਚਨ ਦੇ ਵਿੱਚੋਂ, ਆਪ ਦੇ ਵਿੱਚੋਂ ਪਵਿੱਤਰ ਆਤਮਾ ਦੁਆਰਾ ਉਹ ਸਾਡੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ। ਔਰ ਇਹ ਸਾਰਾ ਵਚਨ ਯਿਸੂ ਮਸੀਹ ਦੇ ਪਵਿੱਤਰ ਲਹੂ ਨਾਲ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਵੱਧ ਤੋਂ ਵੱਧ ਇਹ ਫੈਲੇ ਪਰਮੇਸ਼ਰ ਪਿਤਾ ਆਪ ਦਾ ਵਚਨ, ਔਰ ਇਹ ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ਰ ਪਿਤਾ। ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪਣੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।